ਚਲੋ ਕੈਨੇਡਾ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਏ ਹਾਂ। ਸਟੂਡੀਓ ਵਿੱਚ ਅੱਜ ਮੇਰੇ ਨਾਲ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ ਹਾਜ਼ਰ ਨੇ ਅਤੇ ਉਹ ਕੀ ਨਵੀਆਂ ਅਪਡੇਟਸ ਨੇ ਇਮੀਗ੍ਰੇਸ਼ਨ ਦੇ ਵਿੱਚ ਉਹਦੇ ਬਾਰੇ ਅੱਜ ਗੱਲਬਾਤ ਕਰਨਗੇ ਅਤੇ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ। ਦੱਤਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਗਰੇਵਾਲ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਤੇ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ। ਥੈਂਕ ਯੂ ਸਰ। ਠੀਕ ਹੈ ਜੀ, ਥੈਂਕ ਯੂ। ਅੱਛਾ, ਆਪਾਂ ਐਕਸਪ੍ਰੈਸ ਐਂਟਰੀ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਉਹਦੇ ਵਿੱਚ ਹਮੇਸ਼ਾ ਜਿਹੜਾ ਸਕੋਰ ਅਪ ਐਂਡ ਡਾਊਨ ਹੁੰਦਾ, ਤੇ ਤੁਸੀਂ ਉੱਥੇ ਸ਼ੁਰੂ ਕਰੋ ਵੀ ਹੁਣ ਸਕੋਰ ਕਿੱਥੇ ਖੜਾ ਹੈ। ਐਕਸਪ੍ਰੈਸ ਐਂਟਰੀ ਦੇ ਸਿਮਰਤ ਜੀ 3 ਕੈਟੇਗਰੀਜ਼ ਹੈਗੀਆਂ। ਹਾਂਜੀ। ਸਭ ਤੋਂ ਪਹਿਲਾਂ ਤਾਂ ਹੋ ਗਿਆ ਸਕਿਲਡ ਵਰਕਰ, ਜਿਹਨੂੰ ਅਸੀਂ ਪੁਆਇੰਟ ਸਿਸਟਮ ਕਹਿੰਦੇ ਹਾਂ। ਹਾਂਜੀ। ਦੂਸਰਾ ਹੋ ਗਿਆ ਜੀ ਸਕਿਲਡ ਟ੍ਰੇਡ। ਟ੍ਰੇਡ ਦੇ ਵਿੱਚ ਆ ਜਾਂਦੇ ਨੇ ਕੁੱਕ, ਸ਼ੈਫ, ਬੇਕਰਸ, ਇਲੈਕਟ੍ਰੀਸ਼ੀਅਨਸ, ਪਲੰਬਰਸ, ਆਟੋ ਮਕੈਨਿਕਸ, ਉਹ ਸਾਰੇ ਟ੍ਰੇਡਸ ਸਕਿਲ ਟ੍ਰੇਡ ਦੇ ਵਿੱਚ ਆ ਗਏ। ਤੀਸਰਾ ਆ ਗਿਆ ਜੀ ਕੈਨੇਡੀਅਨ ਐਕਸਪੀਰੀਅੰਸ ਕਲਾਸ। ਹੁਣ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਫਾਲ ਕਰਦੇ ਨੇ। ਨਾਲ ਦੀ ਨਾਲ ਜਿੰਨੇ ਵੀ ਸਾਡੇ ਫੋਰਨ ਵਰਕਰਸ ਹੈਗੇ ਨੇ, ਜਿਹੜੇ ਫੋਰਨ ਵਰਕਰ ਇੱਥੇ ਕੰਮ ਕਰਦੇ ਪਏ ਨੇ, ਉਹ ਵੀ ਸਾਲ ਦੇ ਬਾਅਦ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਆ ਜਾਂਦੇ ਨੇ। ਹੁਣ ਲੱਕੀਲੀ ਇਸ ਪਿਛਲੇ 10 ਦਿਨਾਂ ਦੇ ਵਿੱਚ 3 ਕੈਟੇਗਰੀਜ਼ ਦਾ ਡਰਾ ਆਊਟ ਹੋਇਆ। ਅੱਛਾ ਜੀ। ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਗਿਆ, ਸਭ ਤੋਂ ਪਹਿਲਾਂ ਉਹ ਇਕੱਲਾ ਸਿਰਫ ਲੋਕਲਸ ਵਾਸਤੇ ਜਿਹੜਾ ਫੋਕਸ ਸੀਗਾ ਉਹ ਗਿਆ 445 ਪੁਆਇੰਟਸ ਦੇ ਉੱਤੇ। ਅੱਛਾ ਜੀ। ਉਸ ਤੋਂ ਬਾਅਦ ਇਸ ਹਫਤੇ ਦੇ ਵਿੱਚ ਵੀ ਇੱਕ ਹੋਰ ਡਰਾ ਅਸੀਂ ਦੇਖਿਆ ਹੈਗਾ 476 ਪੁਆਇੰਟਸ ਤੇ ਐਕਸਪ੍ਰੈਸ ਐਂਟਰੀ ਦਾ। ਸੋ ਉਹ ਕੱਲਾ ਲੋਕਲਸ ਵਾਸਤੇ ਫੋਕਸ ਨਹੀਂ ਸੀਗਾ, ਜਿਹੜੇ 476 ਹੈਗੇ ਸੀਗੇ ਉਹ ਰਿਕੁਆਇਰਮੈਂਟਸ ਮੀਟ ਕਰ ਰਹੇ ਸੀਗੇ, ਉਹ ਪਿਕ ਹੋਏ। ਸੋ 3900 ਐਪਲੀਕੇਸ਼ਨਾਂ 476 ਤੇ ਵੀ ਪਿਕ ਹੋਈਆਂ। ਨਾਲ ਦੀ ਨਾਲ ਇੱਕ ਹੋਰ ਡਰਾ ਆਊਟ ਹੋਇਆ ਸਕਿਲ ਟ੍ਰੇਡ ਦਾ। ਸਕਿਲ ਟ੍ਰੇਡ ਦੇ ਵਿੱਚ ਕੁੱਕ, ਸ਼ੈਫ, ਬੇਕਰਸ, ਇਲੈਕਟ੍ਰੀਸ਼ੀਅਨਸ, ਪਲੰਬਰਸ, ਇਹਨਾਂ ਦਾ ਡਰਾ ਪਿਛਲੇ 2019 ਤੋਂ ਬਾਅਦ ਹੁਣ ਹੋਇਆ ਜੀ। ਬੜਾ ਛੋਟਾ ਜਿਹਾ ਡਰਾ ਸੀਗਾ, 250 ਐਪਲੀਕੇਸ਼ਨਾਂ ਪਿਕ ਹੋਈਆਂ, ਬਟ ਨੰਬਰ ਲਾਸਟ ਡਰਾ ਗਿਆ ਸੀ 357 ਤੇ 357 ਤੇ ਉਹ ਇਸ ਵਾਰੀ ਡਰਾ ਗਿਆ 415 ਤੇ। ਠੀਕ ਹੈ। ਸੋ ਇੱਕੋ ਹੀ ਚੀਜ਼ ਕਿ ਅੱਜ ਦੀ ਤਰੀਕ ਦੇ ਵੀ ਫੋਕਸ ਸਕਿਲ ਟ੍ਰੇਡ ਦੇ ਉੱਤੇ ਹੈਗਾ ਆ, ਬਟ ਡਰਾ ਉੱਤੇ ਜਾਣ ਕਰਕੇ ਉਹੀ ਐਪਲੀਕੈਂਟਸ ਕੁਆਲੀਫਾਈ ਕਰਨਗੇ ਜਿਨ੍ਹਾਂ ਦੇ ਕੋਲ ਜੌਬ ਆਫਰਸ ਹੈਗੀਆਂ ਜਾਂ ਜਿਨ੍ਹਾਂ ਦੇ ਕੋਲ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਹੈਗਾ। ਐਂਡ ਜੇ ਬੈਚਲਰਸ ਹੈਗਾ ਤਾਂ ਹੀ ਤੁਸੀਂ 415 ਤੇ ਪਹੁੰਚ ਸਕਦੇ ਹੋ। ਜੇ ਬੈਚਲਰਸ ਨਹੀਂ ਹੈਗਾ ਤੇ 415 ਤੇ ਤੁਸੀਂ ਤੁਹਾਡਾ ਸਕੋਰ ਹੀ ਨਹੀਂ ਪਹੁੰਚ ਸਕਦਾ। ਸੋ ਇੱਕੋ ਹੀ ਚੀਜ਼ ਕਿ ਜਿੰਨੇ ਵੀ ਐਪਲੀਕੈਂਟਸ ਹੈਗੇ ਨੇ, ਤੁਸੀਂ ਇੰਡੀਆ ਦੇ ਵਿੱਚ ਹੈਗੇ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਹੈਗੇ ਹੋ, ਸਾਡੇ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਸੀਗੇ ਜਿਹੜੇ ਹਸਪਿਟੈਲਿਟੀ ਪੜ੍ਹਨ ਵਾਸਤੇ ਆਸਟ੍ਰੇਲੀਆ, ਨਿਊਜ਼ੀਲੈਂਡ ਗਏ, ਬਟ ਸਮ ਹਾਊ ਉੱਥੇ ਚੇਂਜਸ ਆਉਣ ਕਰਕੇ ਉਹ ਬੱਚੇ ਉੱਥੇ ਕੁਆਲੀਫਾਈ ਨਹੀਂ ਕਰ ਕੀਤੇ। ਅੱਜ ਦੀ ਤਰੀਕ ਦੇ ਵਿੱਚ ਜੇ ਉਹਨਾਂ ਕੋਲ ਜੌਬ ਆਫਰ ਹੋਵੇ ਕੈਨੇਡੀਅਨ ਐਮਪਲੋਇਰ ਕੋਲੋਂ ਤੇ ਉਹਨਾਂ ਦੀ ਐਪਲੀਕੇਸ਼ਨ ਇਹਨਾਂ ਟ੍ਰੇਡ ਦੇ ਵਿੱਚ ਜਾ ਸਕਦੀ ਹੈ, ਬਿਕੋਜ਼ ਉੱਥੇ ਉਹਨਾਂ ਨੇ ਪੜ੍ਹਾਈ ਵੀ ਕੀਤੀ, ਉਸ ਤੋਂ ਬਾਅਦ ਆਪਣੇ ਸਕਿੱਲਸ ਵੀ ਅਪਗ੍ਰੇਡ ਕੀਤੇ, ਨਾਲ ਦੀ ਨਾਲ ਉਹਨਾਂ ਦੀ ਲੈਂਗੁਏਜ ਸਕਿੱਲਸ ਵੀ ਵਧੀਆ ਹੋ ਗਈਆਂ। ਸੋ ਅਸੀਂ ਸਾਰੇ ਇਹੋ ਜਿਹੇ ਬੱਚਿਆਂ ਨੂੰ ਐਪਲੀਕੈਂਟਸ ਨੂੰ ਕਹਾਂਗੇ ਕਿ ਆਪਣਾ CV, ਰੈਜ਼ਿਊਮੇ ਸਾਨੂੰ ਫਾਰਵਰਡ ਕਰ ਦਿਓ, ਅਸੀਂ ਇੰਪਲੋਇਰ ਨੂੰ ਫਾਰਵਰਡ ਕਰਕੇ ਦੇਖਦੇ ਹਾਂ। ਜੇ ਤੁਹਾਨੂੰ ਜੌਬ ਆਫਰ ਮਿਲਦੀ ਹੈ ਤਾਂ ਤੁਸੀਂ ਸਟ੍ਰੇਟ ਅਵੇ ਇਹਨਾਂ ਟ੍ਰੇਡਸ ਦਾ ਫਾਇਦਾ ਚੱਕ ਸਕਦੇ ਹੋ। ਅੱਛਾ, ਜਿਹੜੇ ਤੁਸੀਂ ਕਿਹਾ ਵੀ ਜਿਹੜੇ ਸਟੂਡੈਂਟ ਆਸਟ੍ਰੇਲੀਆ, ਇੰਗਲੈਂਡ ਜਾਂ ਹੋਰ ਕਿਤੇ ਨੇ ਜੋ ਇੱਥੇ ਆਉਣਾ ਚਾਹੁੰਦੇ ਨੇ ਤੇ ਉਹਨਾਂ ਲਈ ਜੇ ਜੌਬ ਆਫਰ ਹੈਗਾ ਤੇ ਤੁਸੀਂ ਇਸ ਚੀਜ਼ 'ਚ ਵੀ ਹੈਲਪ ਕਰਦੇ ਹਾਂ ਵੀ ਜੇ ਉਹਨਾਂ ਕੋਲ ਇਸ ਤਰ੍ਹਾਂ ਦੀ ਕੋਈ ਜੌਬ ਆਫਰ ਨਹੀਂ ਗਈ ਵੀ ਤੁਸੀਂ ਉਹਨਾਂ 'ਚ ਹੈਲਪ ਕਰੋ ਵੀ ਤੁਹਾਨੂੰ ਇਹ ਪ੍ਰੋਵਾਈਡ ਕਰ ਸਕੋ ਉਹਨਾਂ ਨੂੰ। ਸਿਮਰਤ ਜੀ, ਸਾਡੇ ਕੋਲ ਕਾਫੀ ਸਾਰੇ ਇੰਪਲੋਇਰਸ ਹੈਗੇ ਨੇ ਜਿਹੜੇ ਬਿਕੋਜ਼ ਵੀ ਹੈਵ ਬੀਨ ਇਨ ਬਿਜ਼ਨਸ ਫॉर ਆਲਮੋਸਟ 14 ਇਅਰਸ ਨਾਓ। ਤੇ 14 ਸਾਲਾਂ ਦੇ ਵਿੱਚ ਜੇ ਕਿਸੇ ਇੰਪਲੋਇਰ ਦੇ ਕੋਲ ਕੋਈ ਓਪਨਿੰਗ ਆਉਂਦੀ ਹੈ, ਰਿਕੁਆਇਰਮੈਂਟਸ ਆਉਂਦੀ ਹੈ ਤਾਂ ਸਾਨੂੰ ਰਿਕੁਆਇਰਮੈਂਟਸ ਭੇਜ ਦਿੰਦੇ ਨੇ। ਅਸੀਂ ਜਿਹੜਾ ਵੀ CV ਸਾਡੇ ਕੋਲ ਆਏ ਹੁੰਦੇ ਨੇ ਅਸੀਂ ਫਾਰਵਰਡ ਕਰਕੇ ਦੇਖ ਲੈਂਦੇ, ਆਪਸ ਦੇ ਵਿੱਚ ਇੰਟਰਵਿਊ ਹੁੰਦੀ ਹੈ, ਜੇ ਉਹ ਰਿਕੁਆਇਰਮੈਂਟਸ ਮੀਟ ਹੁੰਦੀਆਂ, ਦੋਨੋਂ ਇੱਕ ਦੂਜੇ ਵਾਸਤੇ ਸੈਟਿਸਫਾਈ ਹੁੰਦੇ ਨੇ ਤੇ ਅਸੀਂ ਪ੍ਰੋਸੈਸਿੰਗ ਦੇ ਵਿੱਚ ਉਸ ਇੰਪਲੋਇਰ ਵਾਸਤੇ ਜ਼ਰੂਰ ਹੈਲਪ ਕਰ ਸਕਦੇ ਹਾਂ। ਸੋ ਜੌਬ ਆਫਰਸ ਇਹੋ ਜਿਹੀਆਂ ਅਸੀਂ ਜ਼ਰੂਰ ਪ੍ਰੋਸੈਸ ਕਰਦੇ ਹਾਂ। ਅਸੀਂ ਕਾਫੀ ਵੱਡੀ ਤਾਦਾਦ ਦੇ ਵਿੱਚ ਜੌਬ ਆਫਰਸ ਪ੍ਰੋਸੈਸ ਕਰਦੇ ਹਾਂ। ਐਂਡ ਇੱਕ ਹੋਰ ਚੀਜ਼ ਸਿਮਰਤ ਜੀ ਬੜੀ ਚੱਲ ਰਹੀ ਹੈ ਕਿ LMIA ਪ੍ਰੋਸੈਸ ਹੋ ਵੀ ਰਹੀਆਂ ਜਾਂ ਨਹੀਂ ਹੋ ਰਹੀਆਂ। ਐਬਸੋਲੂਟਲੀ ਪ੍ਰੋਸੈਸ ਹੋ ਰਹੀਆਂ, ਇਫ ਡਨ ਰਾਈਟ ਬਿਲਕੁਲ ਹੋ ਰਹੀਆਂ। ਇਸ ਪਿਛਲੇ 10 ਦਿਨਾਂ ਦੇ ਵਿੱਚ ਅਸੀਂ ਗੱਲ ਕਰੀਏ ਤੇ ਅਸੀਂ ਤਕਰੀਬਨ 15 ਅਪਰੂਵਲਸ ਲਿੱਤੀਆਂ ਹੈਗੀਆਂ LMIAs ਦੀਆਂ। ਐਂਡ ਜਿੱਥੇ ਸਾਰੇ ਲਾਇਰਸ ਜਾਂ ਜਿਹੜੇ ਕੰਸਲਟੈਂਟਸ ਹੈਗੇ ਨੇ ਜਿਹੜੇ ਨਹੀਂ ਕੰਮ ਕਰਦੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਹੋ ਰਿਹਾ, ਉਹ ਕਹਿੰਦੇ ਨੇ ਕਿ ਹੋ ਹੀ ਨਹੀਂ ਰਿਹਾ ਜੀ ਇਸ ਟਾਈਮ ਤੇ। ਇਟ ਇਜ਼ ਅ ਲਿਟਲ ਟਫ ਬਟ ਇਟ ਇਜ਼ ਸਟਿਲ ਹੈਪਨਿੰਗ। ਅੱਛਾ, LMI ਦੇ ਵਿੱਚ ਇਸ ਤਰ੍ਹਾਂ ਵੀ ਆ ਵੀ ਜਿਹੜੇ ਤਾਂ ਚਲੋ ਇੱਥੇ ਆ ਜਿਹੜੇ ਉਹ ਹੈਗੇ ਇੱਥੇ ਹੀ ਆ, ਜੇ ਬਾਹਰੋਂ ਆਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਉਹ LMI ਹੈਗੇ ਵੀ 100%। LMI ਸਿਮਰਤ ਜੀ, LMI ਹੈਗਾ ਕੀ ਹੈ? LMI ਇਜ਼ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਉਹਦੇ ਵਿੱਚ ਕੀ ਹੈਗਾ, ਇੰਪਲੋਇਰ ਨੇ ਦੇਖਣਾ ਹੈ ਕਿ ਤੁਸੀਂ ਆ ਐਪਲੀਕੈਂਟ, ਆਫਿਸਰ ਨੇ ਦੇਖਣਾ ਕਿ ਐਪਲੀਕੈਂਟ ਕਿਉਂ ਤੁਸੀਂ ਪਿਕ ਕਰ ਰਹੇ ਹੋ।
ਉਹਦੇ ਵਾਸਤੇ EMPLOYER ਹੈਜ਼ ਟੂ ਬੀ ਥੋਰੋ। ਜੇ ਉਹ ਕਿਸੇ ਸਕਿੱਲਸ ਨੂੰ ਹਾਈਲਾਈਟ ਕਰ ਰਿਹਾ, ਉਹਨਾਂ ਨੂੰ ਕੋਈ ਸਕਿੱਲ ਨਹੀਂ ਮਿਲ ਰਿਹਾ, ਤਾਂ ਹੀ ਉਹ ਫੋਰਨ ਵਰਕਰ ਨੂੰ ਲੈ ਕੇ ਆ ਰਹੇ ਨੇ। ਤੇ ਜੇ ਉਹ ਸਪੋਜ਼ ਇੱਕ ਪੋਜੀਸ਼ਨ ਉਹਨੇ ਐਡਵਰਟਾਈਜ਼ ਕੀਤੀ, ਉਸ ਪੋਜੀਸ਼ਨ ਵਾਸਤੇ 20 ਬੰਦਿਆਂ ਨੇ ਅਪਲਾਈ ਕੀਤਾ, ਹੁਣ 20 ਦੇ ਵਿੱਚੋਂ ਜੇ ਉਹਨਾਂ ਨੂੰ ਇੱਕ ਐਪਲੀਕੈਂਟ ਪਸੰਦ ਆਇਆ ਤੇ ਉਹੀ ਇੱਕ ਐਪਲੀਕੈਂਟ ਵਾਸਤੇ ਉਹ LMIA ਪ੍ਰੋਸੈਸ ਕਰਨਗੇ। 19 ਜੇ ਨਹੀਂ ਪਸੰਦ ਆਏ ਤੇ ਕੀ ਰੀਜ਼ਨ ਸੀਗਾ, ਉਹ ਸਕਿੱਲਸ ਤੁਸੀਂ ਉਹ 19 ਨੂੰ ਕਿਉਂ ਨਹੀਂ ਸਿਲੈਕਟ ਕੀਤਾ? ਸੋ ਆਫਿਸਰ ਨੂੰ ਤੁਹਾਨੂੰ ਕਨਵਿੰਸ ਕਰਨਾ ਪੈਣਾ ਕਿ ਮੈਂ 19 ਕਿਉਂ ਨਹੀਂ ਪਿਕ ਕੀਤੇ ਤੇ 20ਵਾਂ ਐਪਲੀਕੈਂਟ ਕਿਉਂ ਪਿਕ ਕੀਤਾ। ਸੋ ਤੁਹਾਡੇ ਕੋਲ ਰੀਜ਼ਨਸ ਹੋਣੇ ਚਾਹੀਦੇ। ਜੇ ਤੁਹਾਡੇ ਕੋਲ ਰੀਜ਼ਨਸ ਹੈਗੇ ਨੇ ਐਂਡ ਅਸੀਂ ਉਹ ਐਪਲੀਕੇਸ਼ਨ ਨੂੰ ਪੁੱਟ ਫਾਰਵਰਡ ਕਿਸ ਤਰ੍ਹਾਂ ਕਰਨਾ, ਉਹ ਡੈਫੀਨਿਟਲੀ ICC ਇਮੀਗ੍ਰੇਸ਼ਨ ਤੇ ਅਸੀਂ ਹੈਲਪ ਕਰਦੇ ਹਾਂ। ਅੱਛਾ, ਜਿਹੜੀ LMIA ਇਹਦੇ ਵਿੱਚ ਇਸ ਤਰ੍ਹਾਂ ਵੀ ਹੈਗਾ ਵੀ ਕਿਉਂਕਿ ਜਿਹੜਾ ਹੁਣ ਪੈਂਡੈਮਿਕ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਗਈਆਂ ਨੇ, ਵੀ ਉਹਦੇ ਤੇ ਕੋਈ ਇੰਪੈਕਟ ਪੈਂਦਾ ਅਗਰ ਤੁਸੀਂ ਜਦੋਂ ਬਾਹਰੋਂ ਕਿਸੇ ਨੂੰ ਸੱਦਣਾ ਚਾਹੁੰਦੇ ਹੋ, ਵੀ ਆਫਿਸਰ ਇਹ ਕਹੇ ਵੀ ਨਹੀਂ ਤੁਸੀਂ ਪਹਿਲਾਂ ਇੱਥੋਂ ਟਰਾਈ ਕਰੋ? 100% ਜੀ, ਆਫਿਸਰ ਦਾ ਪਹਿਲਾ ਚੋਇਸ ਹੈਗਾ ਕਿ ਵਿਦਿਨ ਕੈਨੇਡਾ ਤੁਸੀਂ ਐਪਲੀਕੈਂਟ ਨੂੰ ਪਿਕ ਕਰੋ। ਕਿਸੇ PR ਜਾਂ ਸਿਟੀਜ਼ਨ ਨੂੰ ਆ ਜੌਬ ਜਾਣੀ ਚਾਹੀਦੀ ਹੈ ਬਿਫੋਰ ਗੋਇੰਗ ਇਟ ਟੂ ਐਨੀ ਫੋਰਨ ਵਰਕਰ। ਸੋ ਐਸੇ ਵਾਸਤੇ ਜਿਹੜੀ ਤੁਹਾਡੀ ਕੋਈ ਵੀ LMIA ਵਾਸਤੇ ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ ਉਹ 4 ਹਫ਼ਤੇ ਚੱਲਣੀ ਪੈਂਦੀ ਹੈ। 28 ਡੇਜ਼ ਇਟ ਹੈਜ਼ ਟੂ ਬੀ ਔਨ ਐਂਡ ਉਹ ਕੱਲੀ ਇੱਕ ਜੌਬ ਬੈਂਕ ਦੀ ਵੈਬਸਾਈਟ ਤੇ, ਗਵਰਨਮੈਂਟ ਵੈਬਸਾਈਟ ਤੇ ਨਹੀਂ, ਉਸ ਤੋਂ ਇਲਾਵਾ ਇੰਡੀਜਨਸ ਵੈਬਸਾਈਟ ਤੇ, ਨਿਊ ਕਮਰਸ ਵੈਬਸਾਈਟ ਤੇ ਹੋਣੀ ਚਾਹੀਦੀ ਹੈ। ਐਂਡ ਜੇ ਉਹ ਲੋ ਸਕਿਲਡ ਜੌਬ ਹੈਗੀ, ਲੋ ਪੇਇੰਗ ਜੌਬ ਹੈਗੀ ਤੇ ਉਹਦੇ 2 ਹੋਰ ਐਡਵਰਟਾਈਜ਼ਮੈਂਟਸ ਤੁਹਾਡੀਆਂ ਘੱਟੋ ਘੱਟ ਹੋਣੀਆਂ ਚਾਹੀਦੀਆਂ। ਸੋ ਆਹ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਨੀਆਂ। ਹੁਣ ਹਰ ਜੌਬ ਪੋਸਟਿੰਗ ਦੇ ਉੱਤੇ ਤੁਹਾਨੂੰ ਕੀ ਰਿਸਪੌਂਸ ਆਇਆ, ਉਹ ਐਪਲੀਕੈਂਟਸ ਕਿਉਂ ਪਿਕ ਕੀਤੇ, ਪਰਟੀਕੂਲਰ ਐਪਲੀਕੈਂਟ, ਉਹਦੇ ਵਾਸਤੇ ਵੀ ਹੈਲਪ ਯੂ ਇਨ ਪੁਟਿੰਗ ਅਪ ਦਾ ਐਪਲੀਕੇਸ਼ਨ। ਬਟ ਕੈਂਡੀਡੇਟ ਤਾਂ ਤੁਸੀਂ ਐਜ਼ ਐਨ EMPLOYER ਤੁਸੀਂ ਸਿਲੈਕਟ ਕਰਦੇ ਹੈਗੇ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਚਲੋ ਕੈਨੇਡਾ ਤੇ ਮੇਰੇ ਨਾਲ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ ਹਾਜ਼ਰ ਨੇ। ਤੁਹਾਡਾ ਵੀ ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲ ਹੈ, ਤੁਸੀਂ ਇਹਨਾਂ ਦੇ ਦਫ਼ਤਰ ਫੋਨ ਕਰਕੇ ਇਹਨਾਂ ਦੇ ਨਾਲ ਅਪਾਇੰਟਮੈਂਟ ਵੀ ਬਣਾ ਸਕਦੇ ਹੋ ਤੇ ਫੋਨ ਤੇ ਵੀ ਗੱਲਬਾਤ ਕਰਕੇ ਸਲਾਹ ਮਸ਼ਵਰਾ ਕਰ ਸਕਦੇ ਹੋ। ਅੱਛਾ ਮਨੂ ਜੀ, ਆਪਾਂ ਬਿਜ਼ਨਸ ਟ੍ਰੇਡ ਦੀ ਵੀ ਗੱਲ ਕਰਨੀ ਹੈ ਥੋੜ੍ਹੀ ਜਿਹੀ। ਪਹਿਲਾਂ ਆਪਾਂ ਕਿਉਂਕਿ ਸਟੂਡੈਂਟਸ ਦੀ ਗੱਲ ਚੱਲ ਰਹੀ ਹੈ, ਆਪਾਂ ਸਟੂਡੈਂਟਸ ਬਾਰੇ ਗੱਲ ਕਰ ਲਈਏ ਕਿਉਂਕਿ ਹੁਣ ਨਵਾਂ ਜਿਹੜਾ ਸੈਸ਼ਨ ਸ਼ੁਰੂ ਹੋਣਾ ਤੇ ਜਿਹੜੇ ਕਾਲਜਿਸ ਤੇ ਯੂਨੀਵਰਸਿਟੀਜ਼ ਵੱਲੋਂ ਕਿਹਾ ਜਾ ਰਿਹਾ ਵੀ ਸਟੂਡੈਂਟ ਆ ਸਕਦੇ ਨੇ, ਪਰ ਕਈ ਵਾਰੀ ਸਟੂਡੈਂਟਸ ਦੇ ਵਿੱਚ ਇੱਕ ਕਨਫਿਊਜ਼ਨ ਪਾਈ ਜਾ ਰਹੀ ਹੈ ਕਿਉਂਕਿ ਜਦੋਂ ਬੈਕ ਹੋਮ ਇੰਡੀਆ ਤੋਂ ਆਉਂਦੇ ਨੇ ਤੇ ਹੁਣ ਰੀਸੈਂਟਲੀ ਕੁਝ ਜਿਹੜੇ ਇਸ ਤਰ੍ਹਾਂ ਦੀਆਂ ਮਿਸਾਲਾਂ ਆਈਆਂ ਨੇ ਵੀ ਉਹ ਸਟੂਡੈਂਟ 에ਅਰਪੋਰਟ ਤੇ ਗਏ ਤਾਂ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ। ਤਾਂ ਇਹ ਥੋੜੀ ਕਨਫਿਊਜ਼ਨ ਨੂੰ ਕਲੀਅਰ ਕਰੋ ਵੀ ਸਟੂਡੈਂਟ ਕੀ ਕਰਨ ਤੇ ਜੇ ਸਲਾਹ ਕਰਨੀ ਚਾਹੁੰਦੇ ਤਾਂ ਵੀ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰਨ। ਸਿਮਰਨ ਜੀ, ਪਹਿਲੀ ਗੱਲ ਤਾਂ ਆਨਲਾਈਨ ਕਲਾਸਿਸ ਚੱਲ ਰਹੀ ਹੈ। ਹਾਂਜੀ। ਐਂਡ ਇਹ ਵਾਲਾ ਮਈ ਵਾਲਾ ਸੈਸ਼ਨ ਤੇ ਆਨਲਾਈਨ ਹੈਗਾ ਆ। ਐਕਸਪੈਕਟਡ ਹੈਗਾ ਕਿ ਸੈਪਟੈਂਬਰ ਵਾਲਾ ਸੈਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਪਿਆ ਕਿ ਉਹ ਵੀ ਆਨਲਾਈਨ ਹੀ ਰਹੇਗਾ। ਠੀਕ ਹੈ। ਅੰਟਿਲ ਅਨਲੈਸ ਕਿ ਸਾਰਾ ਕੁਝ ਖੁੱਲ ਜਾਂਦਾ ਹੈਗਾ। ਹਲੇ ਇੰਨੀ ਜਲਦੀ ਉਮੀਦ ਨਹੀਂ ਹੈਗੀ, ਬਟ ਜਿਨ੍ਹਾਂ ਦੇ ਐਪਲੀਕੇਸ਼ਨਸ ਲਗਾਈਆਂ ਹੋਈਆਂ ਉਹਨਾਂ ਦੀ ਐਡਮਿਸ਼ਨਸ ਹੋ ਗਈਆਂ, ਵੀਜ਼ੇ ਇਸ਼ੂ ਹੋ ਗਏ ਨੇ, ਉਹ ਸਟਿਲ ਦੇ ਆਰ ਇੰਟਰਨੈਸ਼ਨਲ ਸਟੂਡੈਂਟਸ। ਜੇ ਉਹ 2 ਸਮੈਸਟਰਸ ਜਾਂ ਹਾਫ ਆਫ ਦਾ ਕੋਰਸ ਇੰਡੀਆ ਬੈਠੇ ਜਾਂ ਕਿਸੇ ਆਪਣੇ ਕੰਟਰੀ ਦੇ ਵਿੱਚ ਬੈਠੇ ਕਰ ਲੈਂਦੇ ਨੇ, ਸਟਿਲ ਉਹ ਪੋਸਟ ਗ੍ਰੈਡ ਵਰਕ ਪਰਮਿਟ ਉਹਨਾਂ ਨੂੰ ਉਸੇ ਆਧਾਰ ਤੇ 3 ਸਾਲ ਦਾ, ਜੇ 2 ਸਾਲ ਦਾ ਪ੍ਰੋਗਰਾਮ ਹੈਗਾ ਤੇ 3 ਸਾਲ ਦੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਲ ਰਹਿਣਗੇ। ਹੁਣ ਯੂ ਆਰ ਐਬਸੋਲੂਟਲੀ ਰਾਈਟ, ਕਨਫਿਊਜ਼ਨ ਕਾਫੀ ਜ਼ਿਆਦਾ ਹੈਗੀ ਹੈ। ਬੱਚੇ ਚਾਹੁੰਦੇ ਨੇ ਕਿ ਇੱਥੇ ਆ ਕੇ ਕੈਨੇਡੀਅਨ ਮਾਹੌਲ ਦੇ ਵਿੱਚ ਅਸੀਂ ਪੜ੍ਹਾਈ ਕਰੀਏ, ਬਟ ਕੈਨੇਡੀਅਨ ਕਾਲਜਿਸ ਯੂਨੀਵਰਸਿਟੀਜ਼ ਹੀ ਬੰਦ ਹੈਗੀਆਂ। ਸੋ ਉਸ ਮਾਹੌਲ ਦੇ ਵਿੱਚ ਆ ਕੇ ਪੜ੍ਹਾਈ ਤਾਂ ਹੋ ਨਹੀਂ ਸਕਦੀ। ਸੋ ਅੱਜ ਦੀ ਤਰੀਕ 'ਚ ਜਿਹੜੇ ਬੱਚੇ ਇੱਥੇ ਵੀ ਬੈਠੇ ਹੋਏ ਨੇ ਉਹ ਵੀ ਆਨਲਾਈਨ ਕੋਰਸਿਸ ਹੀ ਉਹਨਾਂ ਦੇ ਚੱਲ ਰਹੇ ਨੇ। ਸੋ ਇੱਕੋ ਹੀ ਚੀਜ਼ ਕਿ ਜੇ ਤੁਸੀਂ ਇੱਥੇ ਆ ਕੇ ਪੈਸੇ ਨਹੀਂ ਕਮਾ ਰਹੇ ਬਟ ਆਫ ਕੈਂਪਸ ਜੌਬਸ ਨਹੀਂ ਕਰ ਰਹੇ ਜਾਂ 20 ਘੰਟੇ ਜਿਹੜੀ ਤੁਹਾਨੂੰ ਆਥੋਰਾਈਜੇਸ਼ਨ ਉਹ ਨਹੀਂ ਕਰ ਰਹੇ, ਤੁਹਾਡੇ ਖਰਚੇ ਵੀ ਉਸ ਤਰ੍ਹਾਂ ਦੇ ਨਹੀਂ ਹੈਗੇ। ਸੋ ਤੁਹਾਡੀ ਸੇਵਿੰਗਸ ਬੋਥ ਸਾਈਡਸ ਹੈਗੀਆਂ। ਸੋ ਇੱਕੋ ਹੀ ਚੀਜ਼, ਵੇਟ ਕਰੋ ਐਂਡ ਹੋਪਫੁਲੀ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਚੀਜ਼ਾਂ ਕਾਫੀ ਜ਼ਿਆਦਾ ਖੁੱਲਣ ਵਾਲੀਆਂ ਹੈਗੀਆਂ। ਬਟ ਤੁਹਾਡਾ ਪੋਸਟ ਗ੍ਰੈਡ ਵਰਕ ਪਰਮਿਟ ਉਸੇ ਤਰ੍ਹਾਂ ਤੁਹਾਡੀ ਐਲੀਜੀਬਿਲਿਟੀ ਬਣੇਗੀ, ਤੁਸੀਂ ਉਸੇ ਤਰ੍ਹਾਂ ਕੁਆਲੀਫਾਈ ਕਰੋਗੇ। ਐਂਡ ਸਿਮਰਤ ਜੀ, ਇੱਕ ਚੀਜ਼ ਹੋਰ ਹੈ ਇੱਥੇ, ਜੇ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਨਫਿਊਜ਼ਨ ਹੈਗਾ, ਦੇ ਕੈਨ ਆਲਵੇਜ਼ ਸੈਂਡ ਅਸ ਐਨ ਈਮੇਲ ਜਾਂ ਸਾਨੂੰ ਕਾਲ ਕਰ ਸਕਦੇ ਹੋ ਐਂਡ ਵੀ ਵਿਲ ਟਰਾਈ ਆਵਰ ਬੈਸਟ ਐਫਰਟਸ ਟੂ ਆਨਸਰ ਆਲ ਯੂਰ ਕੁਐਰੀਜ਼। ਬਿਲਕੁਲ ਜੀ, ਤੁਸੀਂ ਇਹਨਾਂ ਦੇ ਆਫਿਸ ਵੀ ਗੱਲ ਕਰ ਸਕਦੇ ਹੋ। ਅੱਛਾ ਮਨੂ ਜੀ, ਤੁਹਾਡਾ WhatsApp ਨੰਬਰ ਵੀ ਹੈ ਕੋਈ? ਹਾਂਜੀ ਬਿਲਕੁਲ ਸਿਮਰਨ ਜੀ, WhatsApp ਨੰਬਰ ਹੈਗਾ ਜੀ 647-001-647-850-9000 647-850-9000। ਅੱਛਾ, ਜਾਣ ਤੋਂ ਪਹਿਲਾਂ ਥੋੜੀ ਜਿਹੀ ਬਿਜ਼ਨਸ ਕਲਾਸ ਬਾਰੇ ਵੀ ਗੱਲ ਕਰੋ ਵੀ ਜੇ ਅਗਰ ਕੋਈ ਜਿਹੜਾ ਐਪਲੀਕੈਂਟ ਇਸ ਪਾਸੇ ਆਉਣਾ ਚਾਹੁੰਦਾ ਤਾਂ ਉਹਦੇ ਲਈ ਕੀ ਆਪਸ਼ਨਸ ਨੇ? ਸਿਮਰਨ ਜੀ, ਬਿਜ਼ਨਸਮੈਨ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਹੈਗਾ ਅੱਜ ਦੀ ਤਰੀਕ ਦੇ ਵਿੱਚ ਐਂਡ ਕਾਫੀ ਸਾਰੇ ਪ੍ਰੋਗਰਾਮਸ ਫੋਕਸਡ ਹੋਣਗੇ ਬਿਜ਼ਨਸਮੈਨ ਵਾਸਤੇ। ਮੇਰੇ ਖਿਆਲ ਸਰਕਾਰ ਵੀ ਕਾਫੀ ਇਹਦੇ ਤੇ ਐਮਫਸਾਈਜ਼ ਕਰ ਰਹੀ ਹੈ ਵੀ ਜੇ ਬਿਜ਼ਨਸਮੈਨ ਇੱਥੇ ਆਉਣ ਤਾਂ, ਕਿਉਂਕਿ ਹੁਣ ਕਾਫੀ ਅਪੋਰਚੁਨਿਟੀਜ਼ ਉਹਨਾਂ ਲਈ ਨਵੀਆਂ ਓਪਨ ਹੋਈਆਂ ਨੇ। 100% ਸਿਮਰਨ ਜੀ, ਪਤਾ ਕੀ ਗੱਲ ਹੈਗੀ ਹੈ ਜੀ,
ਕੈਨੇਡਾ ਇਜ਼ ਦ ਲੈਂਡ ਆਫ ਓਪਰਚੁਨਿਟੀਜ਼, ਪਹਿਲੀ ਗੱਲ। ਹਾਂਜੀ। ਦੂਸਰਾ ਹੈਗਾ ਕਿ ਇਮੀਗ੍ਰੈਂਟ ਬੇਸਡ ਇਕਨੋਮੀ ਹੈਗੀ ਹੈ। ਜੇ ਇਮੀਗ੍ਰੈਂਟਸ ਨਹੀਂ ਆਣਗੇ ਤੇ ਸਾਡੀ ਇਕਨੋਮੀ ਦੇ ਵਿੱਚ ਇਸ਼ੂਜ਼ ਆਣਗੇ। ਸੋ ਅੱਜ ਦੀ ਤਰੀਕ ਦੇ ਵਿੱਚ ਕੋਵਿਡ ਤੋਂ ਬਾਅਦ, ਡਾਊਨਫਾਲ ਤੋਂ ਬਾਅਦ ਅਸੀਂ ਫਿਰ ਉੱਪਰ ਜਾ ਰਹੇ ਹੈਗੇ। ਇਟ ਇਜ਼ ਦਾ ਹਾਊਸਿੰਗ, ਤੁਸੀਂ ਦੇਖੋ GTA ਦੇ ਵਿੱਚ ਹਾਊਸਿੰਗ ਥੱਲੇ ਨਹੀਂ ਗਈ, ਬਾਕੀ ਸਾਰੀਆਂ ਚੀਜ਼ਾਂ ਡਾਊਨ ਗਈਆਂ। ਉਹਦਾ ਰੀਜ਼ਨ ਹੈਗਾ ਕਿ ਇੰਨੇ ਜ਼ਿਆਦਾ ਇਮੀਗ੍ਰੈਂਟਸ ਆਉਂਦੇ ਨੇ ਹਰ ਸਾਲ, ਐਂਡ ਉਹਨਾਂ ਦੀ ਪ੍ਰੈਫਰੈਂਸ ਹੁੰਦੀ ਕਿ GTA ਦੇ ਵਿੱਚ ਸੈਟਲ ਹੋ ਜਾਵੇ। ਅੱਜ ਵੀ ਅਸੀਂ ਬੇਸਮੈਂਟ ਜਾਂ ਰੈਂਟਲ ਦੇ ਲੋਕਾਂ ਦੀ ਗੱਲ ਕਰੀਏ ਤੇ ਤਕਰੀਬਨ 1 ਲੱਖ ਤੋਂ ਜ਼ਿਆਦਾ ਹਲੇ ਇਹੋ ਜਿਹੇ ਦੋਸਤ, ਇਹੋ ਜਿਹੀ ਫੈਮਿਲੀਜ਼ ਬੈਠੀਆਂ ਹੋਈਆਂ ਜਿਨ੍ਹਾਂ ਨੇ ਘਰ ਲੈਣਾ ਹੈਗਾ। ਸੋ ਹਾਊਸਿੰਗ ਮਾਰਕੀਟ ਥੱਲੇ ਨਹੀਂ ਜਾਣੀ। ਸੋ ਇਹ ਕਿਉਂ ਨਹੀਂ ਜਾ ਰਹੀ? ਬਿਕੋਜ਼ ਆਫ ਇਮੀਗ੍ਰੈਂਟਸ। ਇਸੇ ਤਰ੍ਹਾਂ ਇਮੀਗ੍ਰੈਂਟਸ ਆਣਗੇ, ਪੈਸਾ ਇਨਫਿਊਜ਼ ਕਰਨਗੇ ਸਿਸਟਮ ਦੇ ਵਿੱਚ, ਬਿਜ਼ਨਸ ਬਾਏ ਕਰਨਗੇ, ਜੌਬ ਕ੍ਰੀਏਟ ਕਰਨਗੇ। ਸੋ ਇਹੋ ਜਿਹੇ ਤੇ ਐਪਲੀਕੈਂਟ ਸਾਨੂੰ ਕੈਨੇਡੀਅਨ ਗਵਰਨਮੈਂਟ ਨੂੰ ਚਾਹੀਦੇ ਹੈਗੇ ਨੇ। ਇਸੇ ਕਰਕੇ ਓਨਰ ਆਪਰੇਟਰ, ਇੰਟਰਾ ਕੰਪਨੀ ਟਰਾਂਸਫਰ, ਸਟਾਰਟਅਪ ਵੀਜ਼ਾਜ਼, ਐਂਟਰਪ੍ਰੀਨਿਓਰ ਵੀਜ਼ਾਜ਼, ਕਾਫੀ ਸਾਰੇ ਪ੍ਰੋਗਰਾਮ ਐਗਜ਼ਿਸਟ ਕਰਦੇ ਨੇ। ਅਸੀਂ ਹਮੇਸ਼ਾ ਕਹਿੰਦੇ ਹਾਂ ਜੇ ਇਫ ਯੂ ਆਰ ਅ ਬਿਜ਼ਨਸ ਮੈਨ ਫਰੋਮ ਬੈਕ ਹੋਮ, ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ, ਟ੍ਰੇਡਿੰਗ ਕਰਦੇ ਹੋ, ਗੈਸ ਸਟੇਸ਼ਨ ਹੈਗਾ, ਫੈਕਟਰੀ ਹੈਗੀ ਹੈ, ਕੋਈ ਵੀ ਬਿਜ਼ਨਸ ਦੇ ਵਿੱਚ ਹੈਗੇ ਹੋ, ਤੁਸੀਂ ਆਪਣੀ ਡਿਟੇਲ ਸਾਡੇ ਨਾਲ, IT ਦੇ ਬਿਜ਼ਨਸ ਦੇ ਵਿੱਚ ਹੈਗੇ ਹੋ, ਆਨਲਾਈਨ ਪਲੇਟਫਾਰਮਸ ਹੈਗੇ ਨੇ, ਆਪਣੇ ਬਿਜ਼ਨਸ ਦੀ ਡਿਟੇਲ ਸਾਡੇ ਨਾਲ ਸ਼ੇਅਰ ਕਰੋ। ਪਿਛਲੇ 3 ਸਾਲ ਦੇ ਤੁਹਾਡੇ ਫਾਈਨੈਂਸ਼ੀਅਲਸ ਜਿਹੜੇ ਹੈਗੇ ਨੇ ਬਿਜ਼ਨਸ ਦੇ, ਉਹ ਸਾਡੇ ਨਾਲ ਸ਼ੇਅਰ ਕਰੋ। ਆਪਣਾ CV ਸਾਡੇ ਨਾਲ ਸ਼ੇਅਰ ਕਰੋ। ਜੇ ਮੈਰਿਡ ਹੈਗੇ ਹੋ, ਸਪਾਊਸ ਦੀ ਇਨਫੋਰਮੇਸ਼ਨ ਸ਼ੇਅਰ ਕਰੋ, ਐਂਡ ਆਪਣੇ ਨੈਟ ਐਸੈਟਸ ਦੀ ਡਿਟੇਲ ਸ਼ੇਅਰ ਕਰੋ। ਐਂਡ ਵੀ ਵਿਲ ਸੁਜੈਸਟ ਯੂ ਵਾਟ ਇਜ਼ ਦਾ ਮੋਸਟ ਅਪਰੋਪਰੀਏਟ ਪ੍ਰੋਗਰਾਮ ਦੈਟ ਵਿਲ ਵਰਕ ਫॉर ਯੂ। ਕੁਝ ਇੰਸਟੈਂਸਸ ਦੇ ਵਿੱਚ ਇੰਡੀਆ 'ਚ ਬੈਠੇ ਹੀ ਤੁਹਾਡਾ ਵਰਕ ਪਰਮਿਟ ਲੱਗ ਜਾਂਦਾ ਹੈਗਾ, ਤੁਸੀਂ ਇੱਥੇ ਆ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਲੈਂਦੇ ਹੋ। ਕੁਝ ਕੇਸਿਸ ਦੇ ਵਿੱਚ ਤੁਹਾਨੂੰ ਕੈਨੇਡਾ ਆ ਕੇ ਇੱਥੇ ਬਿਜ਼ਨਸ ਬਾਏ ਕਰਨਾ ਪੈਂਦਾ, ਉਸ ਤੋਂ ਬਾਅਦ ਤੁਸੀਂ LMIA ਵਾਸਤੇ, ਵਰਕ ਪਰਮਿਟ ਵਾਸਤੇ ਅਪਲਾਈ ਕਰਦੇ ਹੋ। ਸੋ ਆਪਸ਼ਨਸ ਕਾਫੀ ਸਾਰੀਆਂ ਐਗਜ਼ਿਸਟ ਕਰਦੀਆਂ। ਅਸੀਂ ਇੰਡੀਵਿਜੂਅਲੀ ਕਹਾਂਗੇ ਕਿ ਆਪਣੀ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰੋ, info@iccimmigration.ca, ਐਂਡ ਜਦੋਂ ਵੀ ਭੇਜੋ ਸਬਜੈਕਟ ਲਾਈਨ ਦੇ ਵਿੱਚ ਰਾਈਟ ਬਿਜ਼ਨਸ। ਸੋ ਬਿਜ਼ਨਸ ਦੇ ਨਾਲ ਅਸੀਂ ਜਿਹੜੇ ਬਿਜ਼ਨਸ ਟੀਮ ਹੈਗੀ ਉਹ ਤੁਹਾਨੂੰ ਕਾਲ ਕਰਕੇ ਦੇ ਵਿਲ ਡਿਸਕਸ ਯੋਰ ਓਪਰਚੁਨਿਟੀਜ਼ ਐਂਡ ਯੋਰ ਆਪਸ਼ਨਸ ਦੈਟ ਮਾਈਟ ਬੀ ਅਵੇਲੇਬਲ ਟੂ ਯੂ। ਅੱਛਾ ਮਨੂ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਇੰਨੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਵਿੱਚ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਜਾਣ ਤੋਂ ਪਹਿਲਾਂ ਇੱਕ ਵਾਰ ਤੁਸੀਂ ਨੰਬਰ ਜ਼ਰੂਰ ਦੇ ਦਿਓ। ਥੈਂਕ ਯੂ ਸਿਮਰਤ ਜੀ। ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਇਸ ਟਾਈਮ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ, ਇਫ ਯੂ ਆਰ ਲੁਕਿੰਗ ਫॉर ਆਪਸ਼ਨਸ ਕਿ ਤੁਹਾਡੇ ਵਾਸਤੇ ਕਿਹੜੀਆਂ ਆਪਸ਼ਨਸ ਵਰਕ ਕਰਨਗੀਆਂ, ਤੁਹਾਡਾ 6 ਮਹੀਨੇ 8 ਮਹੀਨੇ ਤੁਹਾਡੇ ਵਰਕ ਪਰਮਿਟ ਦੇ ਨਿਕਲ ਗਏ ਨੇ, ਸਿਰਫ 2 ਸਾਲ ਰਹਿ ਗਏ ਨੇ ਜਾਂ 1.5 ਸਾਲ ਰਹਿ ਗਿਆ, ਤਾਂ ਬੀ ਸੀਰੀਅਸ, ਬਿਕੋਜ਼ ਤੁਹਾਡੇ ਮੰਮੀ ਡੈਡੀ ਨੇ, ਤੁਸੀਂ ਬੜੀਆਂ ਮਿਹਨਤਾਂ ਕਰਕੇ ਇੱਥੇ ਪੜ੍ਹਾਈ ਕੀਤੀ ਹੈਗੀ ਹੈ, ਐਂਡ ਤੁਹਾਡੇ ਮਦਰ ਫਾਦਰ ਨੇ ਬੜੇ ਸਾਰੇ ਰਿਸੋਰਸਿਸ ਵੀ ਤੁਹਾਡੇ ਉੱਤੇ ਸਪੈਂਡ ਕੀਤੇ ਨੇ। ਸੋ ਮੇਕ ਸ਼ੋਰ ਕਿ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੁੰਦੀ ਨਜ਼ਰ ਆਵੇ। ਜੇ ਕੋਈ ਇਸ਼ੂਜ਼ ਹੈਗਾ, ਕੋਈ ਚੈਲੰਜ ਹੈਗਾ, ਉਹ ਤੁਸੀਂ ਕਿਸੇ ਕੰਸਲਟੈਂਟ ਲਾਇਰ ਨਾਲ ਬੈਠ ਕੇ ਜ਼ਰੂਰ ਡਿਸਕਸ ਕਰੋ। ਲਾਸਟ ਮਿੰਟ ਤੱਕ ਵੇਟ ਨਾ ਕਰੋ। ਇੱਕ ਵਾਰੀ ਜੇ ਸਾਲ ਤੋਂ ਘੱਟ ਟਾਈਮ ਰਹਿ ਗਿਆ ਤੇ ਤੁਹਾਡੇ ਕੋਲ ਆਪਸ਼ਨਸ ਕਾਫੀ ਘੱਟ ਰਹਿ ਜਾਣੀਆਂ ਹੈਗੀਆਂ, ਫਿਰ ਤੁਸੀਂ ਸਿਰਫ LMIA ਦੀ ਆਪਸ਼ਨਸ ਦੇ ਉੱਤੇ ਰਹਿ ਜਾਣਾ ਹੈਗਾ। ਸੋ ਫਰੋਮ ਡੇ 1 ਯੂ ਸ਼ੁੱਡ ਬੀ ਸੀਰੀਅਸ ਕਿ ਤੁਹਾਡੇ ਕੋਲ ਆਪਸ਼ਨਸ ਕਿਹੜੀਆਂ ਹੈਗੀਆਂ, ਵਰਕ ਕਿਹੜੀਆਂ ਹੋ ਸਕਦੀਆਂ। ICC ਇਮੀਗ੍ਰੇਸ਼ਨ ਕੋਲ ਕਾਫੀ ਸਾਰੀਆਂ ਜੌਬ ਓਪਰਚੁਨਿਟੀਜ਼ ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਮੌਜੂਦ ਹੈਗੀਆਂ। ਈਵਨ ਸੈਸਕੈਚੁਅਨ, ਮੈਨੀਟੋਬਾ ਦੇ ਵਿੱਚ ਜਾ ਕੇ ਤੁਹਾਨੂੰ ਇੰਪਲੋਇਰ ਸਪੋਰਟ ਮਿਲਦੀ ਹੈ, ਤਾਂ ਵੀ ਤੁਸੀਂ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਆਪਣੇ CV ਸਾਡੇ ਨਾਲ ਸ਼ੇਅਰ ਕਰ ਲਓ, ਐਂਡ ਕਈ ਓਪਰਚੁਨਿਟੀਜ਼ ਇਹੋ ਜਿਹੀਆਂ ਹੈਗੀਆਂ ਜਿਹਦੀ C ਐਂਡ D ਕੈਟੇਗਰੀ ਦੇ ਵਿੱਚ ਤੁਸੀਂ 1 ਸਾਲ ਕੰਮ ਕਰਨ ਬਾਅਦ PNP ਵਾਸਤੇ, ਈਵਨ ਵਿਦ ਲੋ ਬੈਂਡਸ, ਈਵਨ ਵਿਦ ਜੇ ਗ੍ਰੇਡ 12 ਬੈਕ ਹੋਮ ਤੋਂ ਕਰਕੇ ਆਓ, ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ, ਕੁਆਲੀਫਾਈ ਕਰਦੇ ਹੈਗੇ ਹੋ ਅਪਲਾਈ ਕਰਨ ਵਾਸਤੇ। ਸੋ ਯੂਜ਼ ਦੋਜ਼ ਓਪਰਚੁਨਿਟੀਜ਼, ਡੂ ਨਾਟ ਵੇਟ ਕਿ ਮੈਂ GTA ਦੇ ਵਿੱਚ ਹੀ ਰਹਿਣਾ ਤੇ GTA ਤੋਂ ਬਾਹਰ ਨਹੀਂ ਜਾਣਾ। ਸੋ ਲੁੱਕ ਫॉर ਦੋਜ਼ ਓਪਰਚੁਨਿਟੀਜ਼ ਜਿਹੜੀਆਂ ਤੁਹਾਡੇ ਵਾਸਤੇ ਵਰਕ ਕਰਨਗੀਆਂ। ਜੇ ਤੁਹਾਡੇ ਕੋਲ ਇੰਪਲੋਇਰ ਇੱਥੇ ਹੈਗਾ, ਤੁਹਾਨੂੰ ਸਪੋਰਟ ਕਰਦਾ, ਸਟੇ ਹੇਅਰ, ਡੂ ਨਾਟ ਗੋ ਆਊਟ। ਫਿਰ ਓਨਟਾਰੀਓ PNP ਜਾਂ LMIA ਦੇ ਉੱਤੇ ਫੋਕਸ ਰੱਖੋ। ਕੱਲਾ ਓਨਟਾਰੀਓ PNP ਵਾਸਤੇ ਵੀ ਨਹੀਂ, ਬਿਕੋਜ਼ ਓਨਟਾਰੀਓ PNP ਦਾ 2020 ਦਾ ਆਲਮੋਸਟ ਕੋਟਾ ਪੂਰਾ ਹੋ ਚੁੱਕਾ ਹੈ। ਸੋ ਅਗਲੀਆਂ ਆਪਸ਼ਨ ਜਿਹੜੀਆਂ ਆਣਗੀਆਂ, ਥੋੜੀਆਂ ਐਪਲੀਕੇਸ਼ਨਸ ਹੋਰ ਹੋ ਸਕਦਾ ਅਗਲੇ 2-3 ਮਹੀਨਿਆਂ ਦੇ ਵਿੱਚ ਪਿਕ ਹੋਣ, ਬਾਕੀਆਂ ਐਪਲੀਕੇਸ਼ਨ 2021 ਵਿੱਚ ਆਣਗੀਆਂ। ਸੋ ਡੂ ਨਾਟ ਵੇਟ ਟਿਲ 2021। LMIA ਦੇ ਉੱਤੇ ਫੋਕਸ ਰੱਖੋ, ਇੰਪਲੋਇਰ ਨੂੰ ਕਹੋ ਕਿ ਸਪੋਰਟ ਕਰਨ। ਐਂਡ ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਸਾਨੂੰ ICC ਇਮੀਗ੍ਰੇਸ਼ਨ ਤੇ ਕੰਟੈਕਟ ਕਰ ਸਕਦੇ ਹੋ, info@iccimmigration.ca। ਫੋਨ ਨੰਬਰ ਹੈਗਾ ਜੀ 9054612424, ਜਾਂ ਫਿਰ ਤੁਸੀਂ WhatsApp ਤੇ ਸਾਨੂੰ ਰੀਚ ਆਊਟ ਕਰ ਸਕਦੇ ਹੋ 6478509000। ਥੈਂਕ ਯੂ ਸਿਮਰਤ ਜੀ। ਥੈਂਕ ਯੂ ਜੀ। ਤੇ ਤੁਸੀਂ ਦੇਖ ਰਹੇ ਸੀ ਚਲੋ ਕੈਨੇਡਾ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇਹ ਸਾਰੇ ਪ੍ਰੋਗਰਾਮ ICC ਸੰਬੰਧੀ ਜਿੰਨੇ ਵੀ ਪ੍ਰੋਗਰਾਮ ਨੇ ਇਮੀਗ੍ਰੇਸ਼ਨ ਸੰਬੰਧੀ, ਉਹ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਅਗਲੇ ਹਫਤੇ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।